ਜਦੋਂ ਸਿੱਖ ਲੜਦਾ ਗਾ, ਜਦੋਂ ਸਵਾ ਲੱਖ ਦੀ ਫੌਜ ਨਾਲ ਇੱਕ ਸਿੱਖ ਲੜਦਾ ਹੁੰਦਾ ਸੀ, ਕਹਿੰਦੇ ਉਹਨੂੰ ਪਤਾ ਸੀ ਕਿ ਮੈਂ ਸ਼ਹੀਦ ਹੋ ਜਾਣਾ, ਫਿਰ ਵੀ ਲੜਦਾ ਸੀ। ਤੇ ਇੱਕ ਸਿੱਖ ਦਾ ਕੰਮ ਆ ਲੜਨਾ। ਤੇ ਜਦ ਬੰਦੀ ਸਿੱਖਾਂ ਦੀ ਲੜਾਈ ਦੇ ਲਈ ਸਾਰੇ ਸੰਤ ਸਮਾਜ ਸਾਰੇ ਕਹਿ ਰਹੇ ਨੇ ਕਿ ਅਸੀਂ ਪਰਿਵਾਰ ਅੱਗੇ ਆਈਏ, ਸਾਨੂੰ ਲੜਨਾ ਚਾਹੀਦੀ ਹੈ ਇਹ ਚੋਣ, ਤਾਂ ਮਤਲਬ ਸਾਡਾ ਉਹ ਕਹਿੰਦੇ ਸਿੱਖ ਦਾ ਕਰਮ ਹੀ ਲੜਨਾ ਗਾ। 28 ਸਾਲਾਂ ਤੋਂ ਅਸੀਂ ਚੱਲ ਰਹੇ ਹਾਂ ਤੇ ਘੱਟੋ ਘੱਟ ਸਾਨੂੰ ਇਹ ਹੋਏਗਾ ਕਿ ਅਸੀਂ ਆਪਣੇ ਭਰਾ ਦੇ ਲਈ, ਆਪਣੇ ਭਰਾਵਾਂ ਦੇ ਲਈ ਫਿਰ ਸੰਘਰਸ਼ ਲੜਿਆ। ਜੂਨ 84 ਹੁਣ ਘੱਲੂਘਾਰਾ ਦਿਵਸ ਤੁਸੀਂ ਦੇਖਿਆ ਹੋਣਾ, ਸਾਡੇ ਰੂਹਾਨੀਅਤ ਦੇ ਕੇਂਦਰ 'ਤੇ ਹਮਲਾ ਹੋਇਆ, ਸਾਡੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਹਿ ਢੇਰੀ ਕਰ ਦਿੱਤਾ ਗਿਆ। ਤੇ ਉਸ ਤੋਂ ਬਾਅਦ ਮਤਲਬ ਜੇਕਰ ਸਾਨੂੰ ਇਨਸਾਫ ਨਹੀਂ ਮਿਲਿਆ, ਫਿਰ ਨਵੰਬਰ 84 ਦਾ ਵਿੱਚ ਕਤਲੇਆਮ ਹੋਇਆ, ਜਿਹੜਾ ਉਹ ਇਨਸਾਫ ਨਹੀਂ ਮਿਲਿਆ, ਇਸ ਲਈ ਸਾਡੇ ਭਰਾ ਘਰ ਛੱਡ ਕੇ ਗਏ ਸੀ। ਹਜ਼ਾਰਾਂ ਸਿੱਖ ਨੌਜਵਾਨ ਸ਼ਹੀਦ ਹੋਏ, ਜਿਹਦੇ ਵਿੱਚ ਮੈਂ ਤੁਹਾਨੂੰ ਕਹਾਂਗੀ ਉਹ ਜਿਹੜਾ ਸੰਤਾਪ ਸਾਡੇ ਪਰਿਵਾਰ ਨੇ ਹੰਢਾਇਆ। ਮੇਰੇ ਵੱਡੇ ਭੈਣ ਸੀਗੇ 20 ਸਾਲ ਦੇ, ਬੀਬੀ ਅਮਨਦੀਪ ਕੌਰ, ਉਹਨਾਂ ਨੂੰ ਵਿਆਹ ਤੋਂ ਕੁਛ ਦਿਨ ਹੀ ਹੋਏ ਸੀਗੇ, ਪੁਲਿਸ ਨੇ ਮਾਰਿਆ ਜੀ। ਮੇਰੇ 18 ਸਾਲ ਦੇ ਭਰਾ ਸੀਗੇ, ਉਹਨਾਂ ਨੂੰ ਪੁਲਿਸ ਨੇ ਮਾਰਿਆ ਜੀ। ਤੇ ਉਹਨਾਂ ਦੇ ਮਤਲਬ ਇੱਥੋਂ ਤੱਕ ਹੋਇਆ ਕਿ ਲਾਸ਼ ਵੀ ਸਾਨੂੰ ਦਿੱਤੀ ਨਹੀਂ ਸੀਗੀ। ਉਸ ਤੋਂ ਬਾਅਦ ਵੀਰ ਜੀ, ਤੇ ਉਸ ਟਾਈਮ ਵੀ ਮਤਲਬ ਮੇਰੇ ਫਾਦਰ ਸਾਹਿਬ ਨੂੰ ਫੜ ਕੇ ਜੇਲ੍ਹ ਵੀ ਭੇਜ ਦਿੱਤਾ ਗਿਆ। ਅੰਤਾਂ ਦਾ ਤਸ਼ੱਦਦ ਕੀਤਾ ਸੀ ਉਸ ਸਮਿਆਂ ਦੇ ਵਿੱਚ। ਤੁਸੀਂ ਇਹ ਦੇਖ ਲਓ, ਮੇਰੇ ਮਦਰ ਨੂੰ ਮੈਂ ਆਪਣੀ ਅੱਖਾਂ ਦੇ ਸਾਹਮਣੇ ਡਾਂਗਾਂ ਨਾਲ ਕੁੱਟਿਆ ਸੀ ਜੀ ਪੁਲਿਸ ਨੇ। ਮੇਰੇ ਫਾਦਰ ਸਾਹਿਬ ਜਦੋਂ ਮਤਲਬ ਇੰਟੈਰੋਗੇਟ ਕੀਤਾ ਜਾ ਰਿਹਾ ਸੀਗਾ, ਮੇਰੇ ਮਦਰ ਰੱਬ ਅੱਗੇ ਦੁਆ ਕਰਦੇ ਸੀ ਕਿ ਇਸ ਤੋਂ ਬੈਟਰ ਮਤਲਬ ਮੌਤ ਹੈ। ਸੰਗਰੂਰ ਜ਼ਿਮਨੀ ਚੋਣ ਲੋਕ ਸਭਾ ਦੀ ਸੀਟ ਤੇ ਹੋਣ ਜਾ ਰਹੀ ਹੈ। ਇਸ ਵਾਰ ਮੁਕਾਬਲੇਬਾਜ਼ੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ, ਖਾਸ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਇਸ ਵਕਤ ਇਹਨਾਂ ਚੋਣਾਂ ਤੋਂ ਪਹਿਲਾਂ ਹੀ ਚਰਚਾ ਦੇ ਵਿੱਚ ਆ ਜਾਂਦਾ ਹੈ। ਤੇ ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੋਵਾਂ ਦੀ ਲੀਡਰਸ਼ਿਪ ਦੇ ਵਿੱਚ ਇੱਕ ਗੱਲਬਾਤ ਹੁੰਦੀ ਹੈ, ਪਰ ਸਿਰੇ ਨਹੀਂ ਲੱਗੀ। ਪਰ ਫਿਰ ਵੀ ਬਲਵੰਤ ਸਿੰਘ ਰਾਜੋਆਣਾ ਜਿਹੜੇ ਕਿ ਬੰਦੀ ਸਿੰਘ ਨੇ, ਉਹਨਾਂ ਦੇ ਭੈਣ ਜੀ ਇਸ ਚੋਣ ਮੈਦਾਨ ਦੇ ਵਿੱਚ ਨਿਤਰਨ ਲੱਗੇ ਨੇ। ਉਹਨਾਂ ਨੇ ਆਪਣੇ ਭਰਾ ਦੇ ਨਾਲ ਜੇਲ੍ਹ ਦੇ ਵਿੱਚ ਮੁਲਾਕਾਤ ਕਰਕੇ ਸਲਾਹ ਮਸ਼ਵਰਾ ਕੀਤਾ। ਪਹਿਲਾਂ ਨਾ ਕਰ ਦਿੱਤੀ ਗਈ, ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜ਼ਰੂਰ ਇਸ ਚੋਣ ਨਿਸ਼ਾਨ ਦੇ ਉੱਤੇ ਚੋਣ ਵੀ ਲੜੀ ਜਾਏਗੀ। ਔਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਣ ਗਏ ਨੇ, ਕਾਗਜ਼ ਭਰ ਦਿੱਤੇ ਗਏ ਨੇ। ਉਹ ਸਾਡੇ ਨਾਲ ਖੁਦ ਮੌਜੂਦ ਨੇ, ਉਹਨਾਂ ਤੋਂ ਜਾਣਦੇ ਹਾਂ ਕਿ ਉਹਨਾਂ ਦੇ ਮਨ ਵਿੱਚ ਕੀ ਹੈ ਔਰ ਉਹ ਕੀ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਕਿਉਂ ਹਾਮੀ ਭਰਨੀ ਪਈ ਹੈ, ਕੀ ਇਹ ਮਜਬੂਰੀ ਹੈ ਚੋਣਾਂ ਦੇ ਵਿੱਚ ਆਉਣਾ, ਜਾਂ ਫਿਰ ਚੋਣਾਂ ਦੇ ਨਾਲ ਹੀ ਬਹੁਤ ਕੁਝ ਬਦਲਿਆ ਜਾ ਸਕਦਾ ਹੈ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਣਨਾ ਜਾਂ ਨਾ ਬਣਨਾ, ਇਸ ਤੋਂ ਪਹਿਲਾਂ ਤੁਹਾਡੇ ਲਈ ਕੀ ਮਹੱਤਵਪੂਰਨ ਹੈ? ਜੀ ਸਾਡੇ ਕੋਲ ਤਾਂ ਇਹ ਸੀਗਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ 'ਤੇ ਜਿਹੜਾ ਉੱਥੇ ਇਕੱਠ ਹੋਇਆ ਸੀਗਾ ਬੰਦੀ ਸਿੱਖਾਂ ਦੀ ਰਿਹਾਈ ਦੇ ਵਾਸਤੇ, ਉਸ ਤੋਂ ਬਾਅਦ ਇਹ ਸੀਗਾ ਕਿ ਨਿਹੰਗ ਸਿੰਘ ਜਥੇਬੰਦੀਆਂ ਸੀ, ਸੰਤ ਸਮਾਜ ਸੀ, ਉਹਨਾਂ ਵੱਲੋਂ ਇਹ ਗੱਲ ਕਹੀ ਗਈ ਸੀਗੀ ਕਿ ਹੁਣ ਬੰਦੀ ਸਿੱਖਾਂ ਦੀ ਰਿਹਾਈ ਕਰਵਾਉਣ ਦੇ ਲਈ ਇਹਨਾਂ ਚੋਣਾਂ ਦੇ ਵਿੱਚ ਉਮੀਦਵਾਰ ਜਿਹੜਾ ਬੰਦੀ ਸਿੱਖਾਂ ਦੇ ਪਰਿਵਾਰਾਂ 'ਚੋਂ ਉਤਾਰਿਆ ਜਾਵੇ। ਤਾਂ ਸਾਡੇ ਕੋਲ ਸੰਤ ਸਮਾਜ ਵੱਲੋਂ ਤੇ ਬੰਦੀ ਸਿੱਖਾਂ ਦੇ ਪਰਿਵਾਰਾਂ ਵੱਲੋਂ ਆਏ ਸੀਗੇ ਕਿ ਅਸੀਂ ਚੋਣ ਲੜੀਏ ਤੇ ਆਜ਼ਾਦ ਤੌਰ ਤੇ। ਪਰ ਅਸੀਂ ਕਿਹਾ ਕਿ ਅਸੀਂ ਪਰਿਵਾਰ ਦੇ ਇਕੱਲੇ ਆ ਤੇ ਆਜ਼ਾਦ ਤੌਰ ਤੇ ਚੋਣਾਂ ਲੜਨ ਦੇ ਅਸੀਂ ਸਮਰੱਥ ਨਹੀਂ ਹੈਗੇ। ਉਸ ਤੋਂ ਬਾਅਦ ਫਿਰ ਸਾਡੇ ਕੋਲੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਆਏ ਸੀਗੇ, ਉਹਨਾਂ ਨੇ ਬੇਨਤੀ ਕੀਤੀ ਸੀ ਕਿ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ ਅਨੁਸਾਰ ਬੰਦੀ ਸਿੱਖਾਂ ਦੀ ਤੇ ਸੰਤ ਸਮਾਜ ਸਾਰੀਆਂ ਜਥੇਬੰਦੀਆਂ ਦੇ ਕਹਿਣ ਤੇ ਮਤਲਬ ਤੁਹਾਨੂੰ ਬੇਨਤੀ ਕਰ ਰਹੇ ਹਾਂ ਜੀ। ਤਾਂ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਵੀਰ ਜੀ ਰਾਜੋਆਣਾ ਜੀ ਨਾਲ ਸਲਾਹ ਕਰਕੇ ਦੱਸਾਂਗੇ। ਤਾਂ ਵੀਰ ਜੀ ਰਾਜੋਆਣਾ ਜੀ ਨੇ ਇਸ ਚੀਜ਼ ਨੂੰ ਬੇਨਤੀ ਉਹਨਾਂ ਦੀ ਸਵੀਕਾਰ ਕੀਤੀ ਜੀ। ਤੁਹਾਡੀ ਇਸੇ ਮੈਂ ਸਵਾਲ ਕਰਨਾ ਚਾਹੁੰਦਾ, ਜਦੋਂ ਮੁਲਾਕਾਤ ਹੁੰਦੀ ਹੈ ਰਾਜੋਆਣਾ ਸਾਹਿਬ ਦੇ ਨਾਲ ਜੇਲ੍ਹ ਦੇ ਅੰਦਰ, ਤਾਂ ਉਸ ਵਕਤ ਕਿਹੜੀਆਂ ਗੱਲਾਂ 'ਤੇ ਚਰਚਾ ਹੋਈ ਕਿ ਸਹਿਮਤੀ ਬਣ ਗਈ ਕਿ ਸਾਨੂੰ ਚੋਣ ਦੇ ਵਿੱਚ ਆਉਣਾ ਚਾਹੀਦਾ, ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਦੇ ਥੱਲੇ? ਜੀ ਵੀਰ ਜੀ ਨੇ ਮੈਨੂੰ ਤਿਆਰ ਕਰਨ ਲਈ ਇਹ ਚੀਜ਼ ਸਭ ਤੋਂ ਵੱਡੀ ਕਹੀ ਸੀਗੀ। ਕਹਿੰਦੇ ਕਿ ਜਦੋਂ ਸਿੱਖ ਲੜਦਾ ਗਾ, ਜਦੋਂ ਸਵਾ ਲੱਖ ਦੀ ਫੌਜ ਨਾਲ ਇੱਕ ਸਿੱਖ ਲੜਦਾ ਹੁੰਦਾ ਸੀ, ਕਹਿੰਦੇ ਉਹਨੂੰ ਪਤਾ ਸੀ ਕਿ ਮੈਂ ਸ਼ਹੀਦ ਹੋ ਜਾਣਾ, ਫਿਰ ਵੀ ਲੜਦਾ ਸੀ। ਤੇ ਇੱਕ ਸਿੱਖ ਦਾ ਕੰਮ ਆ ਲੜਨਾ। ਤੇ ਜਦ ਬੰਦੀ ਸਿੱਖਾਂ ਦੀ ਲੜਾਈ ਦੇ ਲਈ ਸਾਰੇ ਸੰਤ ਸਮਾਜ ਸਾਰੇ ਕਹਿ ਰਹੇ ਨੇ ਕਿ ਅਸੀਂ ਪਰਿਵਾਰ ਅੱਗੇ ਆਈਏ, ਸਾਨੂੰ ਲੜਨਾ ਚਾਹੀਦੀ ਹੈ ਇਹ ਚੋਣ, ਤਾਂ ਮਤਲਬ ਸਾਡਾ ਉਹ ਕਹਿੰਦੇ ਸਿੱਖ ਦਾ ਕਰਮ ਹੀ ਲੜਨਾ ਗਾ। ਤੇ ਅਸੀਂ ਇਸ ਕਰਕੇ ਉਹਨਾਂ ਨੇ ਮੈਨੂੰ ਕਿਹਾ ਤੇ ਇਸ ਤੋਂ ਬਾਅਦ ਫਿਰ ਮੈਂ ਸਹਿਮਤੀ ਦਿੱਤੀ ਜੀ। ਬਹੁਤ ਸਾਰੀਆਂ ਹਲਕਿਆਂ ਦੇ ਵਿੱਚ ਚਰਚਾ ਇਹ ਵੀ ਹੈ, ਧਾਰਮਿਕ ਆਗੂ ਹੋਣ ਜਾਂ ਰਾਜਨੀਤਿਕ ਆਗੂ ਹੋਣ, ਬਿਲਕੁਲ ਮੀਰੀ ਪੀਰੀ ਦਾ ਸਿਧਾਂਤ ਵੀ ਧਿਆਨ 'ਚ ਰੱਖਿਆ ਜਾਂਦਾ, ਪਰ ਕੁਝ ਗੱਲਾਂ ਐਸੀਆਂ ਚੱਲ ਰਹੀਆਂ ਨੇ, ਚਰਚਾ ਚੱਲ ਰਹੀ ਹੈ ਕਿ ਜੇਕਰ ਰਾਜੋਆਣਾ ਦੇ ਪਰਿਵਾਰ ਦੇ ਵਿੱਚੋਂ ਚੋਣ ਲੜਨ ਕੋਈ ਜਾ ਰਿਹਾ, ਉਹ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬੈਨਰ ਦੇ ਥੱਲੇ ਜਾਂ ਚੋਣ ਨਿਸ਼ਾਨ ਦੇ ਥੱਲੇ, ਤਾਂ ਕੀ ਇਸ ਗੱਲ ਦੇ ਨਾਲ ਕੱਲ੍ਹ ਨੂੰ ਚੋਣਾਂ ਦੇ ਨਤੀਜੇ ਕੁਝ ਵੀ ਹੋਣ, ਹਾਰ ਜਿੱਤ ਹੁੰਦੀ ਰਹਿੰਦੀ ਹੈ ਜੋ ਵੀ ਮੈਦਾਨ ਵਿੱਚ ਆਉਂਦੇ ਨੇ, ਕਿ ਉਸ ਦੇ ਨਾਲ ਜੋ ਇੱਕ
ਵਕਾਰੀ ਲੜਾਈ ਬਣ ਜਾਂਦੀ ਹੈ, ਉਸ ਦੇ ਵਿੱਚ ਕਿਤੇ ਨਾ ਕਿਤੇ ਗਿਰਾਵਟ ਮਹਿਸੂਸ ਤਾਂ ਨਹੀਂ ਕੀਤੀ ਜਾਊਗੀ ਆਉਣ ਵਾਲੇ ਸਮੇਂ ਵਿੱਚ ਕਿ ਜੋ ਵੀ ਹੱਥ ਕੰਡੇ ਸਾਡੇ ਕੋਲ ਰਹਿ ਜਾਂਦੇ ਆ ਉਹ ਵੀ ਅਸੀਂ ਗਵਾ ਬੈਠੀਏ ਆਪਣੇ ਹੱਥੋਂ? ਦੇਖੋ ਅਸੀਂ ਤਾਂ ਇਹੀ ਆ ਕਿ ਘੱਟੋ ਘੱਟ ਇੰਨਾ ਤਾਂ ਹੋਏਗਾ, ਇੱਕ ਭੈਣ ਹੋਣ ਦੇ ਨਾਤੇ ਜੇਕਰ ਮੇਰੇ ਭਰਾ ਸਾਰੇ ਬੰਦੀ ਸਿੰਘ ਇਹ ਉਮੀਦ ਕਰਦੇ ਨੇ ਕਿ ਮੈਂ ਚੋਣਾਂ ਲੜਾਂ, ਮੈਨੂੰ ਇਹ ਤਾਂ ਹੋਏਗਾ ਕਿ ਮੈਂ ਆਪਣੇ ਭਰਾਵਾਂ ਲਈ, ਅਸੀਂ 28 ਸਾਲਾਂ ਤੋਂ ਸੰਘਰਸ਼ ਲੜਦੇ ਆ ਰਹੇ ਹਾਂ ਵੀਰ ਜੀ ਦੇ ਲਈ, 28 ਸਾਲਾਂ ਤੋਂ ਅਸੀਂ ਚੱਲ ਰਹੇ ਹਾਂ, ਅਤੇ ਘੱਟੋ ਘੱਟ ਸਾਨੂੰ ਇਹ ਹੋਏਗਾ ਕਿ ਅਸੀਂ ਆਪਣੇ ਭਰਾ ਦੇ ਲਈ, ਆਪਣੇ ਭਰਾਵਾਂ ਦੇ ਲਈ ਫਿਰ ਸੰਘਰਸ਼ ਲੜਿਆ। ਤੁਹਾਡਾ ਮੁੱਖ ਨਿਸ਼ਾਨਾ ਇਹ ਹੈ ਕਿ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਤੁਸੀਂ ਇਹ ਜਿਹੜੀ ਜੱਦੋਜਹਿਦ ਕਰ ਰਹੇ ਹੋ, ਕੁਝ ਵੀ ਕਰਨਾ ਪੈ ਸਕਦਾ? ਮੈਨੂੰ ਇਹ ਆ ਕਿ ਜੇਕਰ ਅਸੀਂ ਸਾਰਾ ਖਾਲਸਾ ਪੰਥ ਇਕੱਠਾ ਹੋ ਕੇ ਇਸ ਦੇ ਜਰੀਏ ਦਿੱਲੀ ਨੂੰ ਇੱਕ ਸੁਨੇਹਾ ਦੇ ਸਕੀਏ ਕਿ ਸਾਰੀ ਜਿਹੜੀ ਕੌਮ ਆ ਉਹ ਬੰਦੀ ਸਿੱਖਾਂ ਦੇ ਨਾਲ ਖੜੀ ਆ, ਕਿਉਂਕਿ ਦੇਖੋ ਜੂਨ 84 ਹੁਣ ਘੱਲੂਘਾਰਾ ਦਿਵਸਾ ਤੁਸੀਂ ਦੇਖਿਆ ਹੋਣਾ, ਸਾਡੇ ਰੂਹਾਨੀਅਤ ਦੇ ਕੇਂਦਰ ਤੇ ਹਮਲਾ ਹੋਇਆ, ਸਾਡੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਹਿ ਢੇਰੀ ਕਰ ਦਿੱਤਾ ਗਿਆ, ਤੇ ਉਸ ਤੋਂ ਬਾਅਦ ਮਤਲਬ ਜੇਕਰ ਸਾਨੂੰ ਇਨਸਾਫ ਨਹੀਂ ਮਿਲਿਆ, ਫਿਰ ਨਵੰਬਰ 84 ਦਾ ਵਿੱਚ ਕਤਲੇਆਮ ਹੋਇਆ, ਜਿਹੜਾ ਉਹ ਇਨਸਾਫ ਨਹੀਂ ਮਿਲਿਆ, ਇਸ ਲਈ ਸਾਡੇ ਭਰਾ ਘਰ ਛੱਡ ਕੇ ਗਏ ਸੀ, ਹਜ਼ਾਰਾਂ ਸਿੱਖ ਨੌਜਵਾਨ ਸ਼ਹੀਦ ਹੋਏ, ਜਿਹਦੇ ਵਿੱਚ ਮੈਂ ਤੁਹਾਨੂੰ ਕਹਾਂਗੀ ਉਹ ਜਿਹੜਾ ਸੰਤਾਪ ਸਾਡੇ ਪਰਿਵਾਰ ਨੇ ਹੰਢਾਇਆ। ਮੇਰੇ ਵੱਡੇ ਭੈਣ ਸੀਗੇ 20 ਸਾਲ ਦੇ, ਬੀਬੀ ਅਮਨਦੀਪ ਕੌਰ, ਉਹਨਾਂ ਨੂੰ ਵਿਆਹ ਤੋਂ ਕੁਛ ਦਿਨ ਹੀ ਹੋਏ ਸੀਗੇ, ਪੁਲਿਸ ਨੇ ਮਾਰਿਆ ਜੀ। ਮੇਰੇ 18 ਸਾਲ ਦੇ ਭਰਾ ਸੀਗੇ, ਉਹਨਾਂ ਨੂੰ ਪੁਲਿਸ ਨੇ ਮਾਰਿਆ ਜੀ, ਤੇ ਉਹਨਾਂ ਦੇ ਮਤਲਬ ਇੱਥੋਂ ਤੱਕ ਹੋਇਆ ਕਿ ਲਾਸ਼ ਵੀ ਸਾਨੂੰ ਦਿੱਤੀ ਨਹੀਂ ਸੀਗੀ। ਉਸ ਤੋਂ ਬਾਅਦ ਵੀਰ ਜੀ, ਤੇ ਉਸ ਟਾਈਮ ਵੀ ਮਤਲਬ ਮੇਰੇ ਫਾਦਰ ਸਾਹਿਬ ਨੂੰ ਫੜ ਕੇ ਜੇਲ੍ਹ ਵੀ ਭੇਜ ਦਿੱਤਾ ਗਿਆ, ਅੰਤਾਂ ਦਾ ਤਸ਼ੱਦਦ ਕੀਤਾ ਸੀ ਉਸ ਸਮਿਆਂ ਦੇ ਵਿੱਚ। ਤੁਸੀਂ ਇਹ ਦੇਖ ਲਓ, ਮੇਰੇ ਮਦਰ ਨੂੰ ਮੈਂ ਆਪਣੀ ਅੱਖਾਂ ਦੇ ਸਾਹਮਣੇ ਡਾਂਗਾਂ ਨਾਲ ਕੁੱਟਿਆ ਸੀ ਜੀ ਪੁਲਿਸ ਨੇ। ਮੇਰੇ ਫਾਦਰ ਸਾਹਿਬ ਜਦੋਂ ਮਤਲਬ ਇੰਟੈਰੋਗੇਟ ਕੀਤਾ ਜਾ ਰਿਹਾ ਸੀਗਾ, ਮੇਰੇ ਮਦਰ ਰੱਬ ਅੱਗੇ ਦੁਆ ਕਰਦੇ ਸੀ ਕਿ ਇਸ ਤੋਂ ਬੈਟਰ ਮਤਲਬ ਮੌਤ ਹੈ। ਜਿਨ੍ਹਾਂ ਨੇ ਦੁਖਾਂਤ ਦੇਖਿਆ ਹੁੰਦਾ ਹੈ, ਦਰਦ ਉਹੀ ਅਸਲ ਦੇ ਵਿੱਚ ਮਹਿਸੂਸ ਕਰ ਸਕਦੇ ਨੇ, ਪਰ ਫਿਰ ਵੀ ਤੁਹਾਨੂੰ ਨਹੀਂ ਲੱਗਦਾ ਕਿ ਇਸ ਮੁੱਦੇ ਦੇ ਉੱਤੇ ਹੁਣ ਤੱਕ ਸਿਆਸਤ ਭਾਰੂ ਤਾਂ ਬਹੁਤ ਰਹੀ, ਗੱਲਾਂ ਬਹੁਤ ਹੋਈਆਂ, ਪਰ ਅਮਲ ਦੇ ਵਿੱਚ ਕੁਝ ਨਹੀਂ ਹੋ ਪਾਇਆ ਜੋ ਹੋਣਾ ਚਾਹੀਦਾ? ਦੇਖੋ ਅਸੀਂ ਇਹ ਆ ਕਿ ਅਸੀਂ ਲੋਕਾਂ ਦੇ ਵਿੱਚ ਜਾਵਾਂਗੇ ਕਿ ਸਾਡੇ ਭਰਾਵਾਂ ਨੇ ਕੌਮੀ ਫਰਜ਼ ਨਿਭਾਏ, ਜੇਕਰ ਸਾਡੀ ਕੌਮ ਦੇ ਨਾਲ ਬੇਇਨਸਾਫੀਆਂ ਨਾ ਹੁੰਦੀਆਂ, ਅਸੀਂ ਤਾਂ ਕਹਿੰਦੇ ਹਾਂ ਕਿ ਹਰ ਧਰਮ ਵਰਗ ਦੇ ਲੋਕਾਂ ਕੋਲ ਜਾਵਾਂਗੇ ਕਿ ਸਾਡੇ ਕੌਮ ਦੇ ਨਾਲ ਇੰਨੀਆਂ ਬੇਇਨਸਾਫੀਆਂ ਹੋਈਆਂ, ਇਨਸਾਫ ਨਹੀਂ ਮਿਲਿਆ। ਅੱਜ ਤੁਸੀਂ ਇਹ ਦੇਖੋ ਕਿ 84 ਦੇ ਕਾਤਲ, ਕੋਈ ਵੀ 25 ਸਾਲਾਂ ਤੋਂ ਕੋਈ ਇੱਕ ਵੀ ਹੈ ਕਾਤਲ ਜੇਲ੍ਹ ਦੇ ਵਿੱਚ, ਕਿਸੇ ਇੱਕ ਵੀ ਕਾਤਲ ਨੂੰ ਕੋਈ ਸਜ਼ਾ ਹੋਈ, ਤੇ ਸਾਡੇ ਜਿਹੜੇ ਭਰਾ ਨੇ 28 30 ਸਾਲ ਹੋ ਗਏ ਜੀ। ਤੁਸੀਂ ਇਹ ਦੇਖੋ ਕਿ ਵੀਰ ਜੀ ਰਾਜੋਆਣਾ ਜੀ ਦੇ ਕੇਸ ਦੇ ਵਿੱਚ ਤਾਂ ਇਹ ਆ ਕਿ 28ਵਾਂ ਸਾਲ ਲੱਗ ਗਿਆ, 15 ਸਾਲ ਫਾਂਸੀ ਕੋਠੀ ਦੇ ਵਿੱਚ ਹੋ ਗਏ, 8/10 ਦੀ ਫਾਂਸੀ ਕੋਠੀ ਆ ਜੀ। ਕਹਿਣਾ ਸੌਖਾ, ਤੁਸੀਂ ਇੱਕ ਦਿਨ ਇੱਕ ਕਮਰੇ 'ਚ ਇੱਕ ਦਿਨ ਹੀ ਬੰਦ ਹੋ ਕੇ ਦੇਖ ਲਓ, 15 ਸਾਲ ਹੋ ਗਏ, 28 ਸਾਲ ਵੀਰ ਜੀ ਨੂੰ ਜੇਲ੍ਹ ਦੇ ਵਿੱਚ ਹੋ ਗਏ। ਅਸੀਂ ਤਾਂ ਇਹ ਲੋਕਾਂ ਨੂੰ ਕਹਾਂਗੇ ਕਿ ਸਾਡੇ ਭਰਾ ਕੌਮ ਦੇ ਮਾਨ ਸਨਮਾਨ ਲਈ ਤੁਰਿਆ, ਤੇ ਅੱਜ ਤੁਸੀਂ ਮਤਲਬ ਕੌਮੀ ਫਰਜ਼ ਨਿਭਾਓ, ਤੁਸੀਂ ਕੌਮ ਦੇ ਮਾਨ ਸਨਮਾਨ ਲਈ ਸਾਡੇ ਭਰਾਵਾਂ ਨੂੰ, ਜਿਹੜੇ ਸਾਡੇ ਉਜੜੇ ਹੋਏ ਵਿਹੜੇ ਆ, ਉਹਨਾਂ 'ਚ ਦੁਬਾਰਾ ਸਾਡੇ ਭਰਾ ਵਾਪਸ ਆਉਣ ਜੀ। ਹੁਣ ਮੇਰਾ ਇੱਕ ਆਖਰੀ ਸਵਾਲ ਹੈ, ਸਮਾਂ ਸੀਮਤ ਹੈ, ਕਿ ਪੰਥਕ ਸਾਂਝ ਦੀ ਗੱਲ ਕੀਤੀ ਜਾ ਰਹੀ ਹੈ ਕਿ ਸਾਂਝੇ ਤੌਰ ਦੇ ਉੱਤੇ ਇਸ ਲੜਾਈ ਨੂੰ ਲੜਿਆ ਜਾ ਸਕਦਾ ਹੈ। ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਂ ਜਦੋਂ ਸੰਦੇਸ਼ ਦਿੱਤਾ, ਤਾਂ ਉਹਨਾਂ ਨੇ ਇੱਕ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਸਾਨੂੰ ਰਾਜਨੀਤਿਕ ਤੌਰ ਦੇ ਉੱਤੇ ਜੇ ਅਸੀਂ ਮਜ਼ਬੂਤ ਹੋਣਾ ਹੈ, ਉਸ ਤੋਂ ਪਹਿਲਾਂ ਧਾਰਮਿਕ ਤੌਰ 'ਤੇ ਮਜ਼ਬੂਤੀ ਦੀ ਲੋੜ ਹੈ। ਇਸ ਤੋਂ ਅਸੀਂ ਕੋਹਾਂ ਦੂਰ ਹੋ ਗਏ ਹਾਂ, ਬੱਚਿਆਂ ਕੋਲੋਂ ਪੜ੍ਹਾਈ ਬਹੁਤ ਦੂਰ ਹੋ ਗਈ ਆ, ਪੜ੍ਹਾਈ ਤੋਂ ਮੁੱਖ ਮੋੜ ਰਿਹਾ। ਤਾਂ ਇਹ ਸਾਰੀਆਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਮਜ਼ਬੂਤੀ ਵਿੱਚ ਲਿਆਉਣ ਦੇ ਲਈ ਜਿਵੇਂ ਉਹਨਾਂ ਨੇ ਸੰਦੇਸ਼ ਦਿੱਤਾ, ਤੁਹਾਨੂੰ ਕੀ ਲੱਗਦਾ ਰਾਜਨੀਤਿਕ ਆਗੂ ਜਿਹੜੇ ਪਹਿਲਾਂ ਰਾਜਨੀਤੀ ਕਰਦੇ ਰਹੇ ਜਾਂ ਹੁਣ ਕਰ ਰਹੇ ਆ, ਉਹਨਾਂ ਨੂੰ ਵੀ ਇਸ ਗੱਲ ਦੀ ਸਮਝ ਲੈਣੀ ਚਾਹੀਦੀ ਹੈ, ਇਸ ਗੱਲ ਨੂੰ ਛੇਤੀ ਤੋਂ ਛੇਤੀ, ਜਾਂ ਫਿਰ ਉਹ ਇਸ ਤੇ ਪਹਿਲਾਂ ਹੀ ਚੱਲ ਰਹੇ ਆ? ਉਹਦਾ ਕਾਰਨ ਇਹ ਹੈ ਜੀ, ਦੇਖੋ ਬਹੁਤ ਮਤਲਬ ਸਾਜ਼ਿਸ਼ਾਂ ਹੋਈਆਂ। ਹੁਣ ਇਹ ਵੀ ਇੱਕ ਬਹੁਤ ਵੱਡੀ ਬੇਇਨਸਾਫੀ ਹੈ ਕਿ ਵੀਰ ਜੀ ਉਹਨਾਂ ਦੀ ਰਿਹਾਈ ਨਹੀਂ ਹੋ ਰਹੀ। ਮਤਲਬ ਇਹਦੇ ਨਾਲ ਜਦੋਂ ਹੁਣ ਇੱਕ ਛੋਟੀ ਜਿਹੀ ਮੈਂ ਉਦਾਹਰਨ ਦਿੰਦੀ ਹਾਂ ਜੀ, ਸਾਡੇ ਉਜੜੇ ਹੋਏ ਘਰਾਂ ਨੂੰ ਦੇਖ ਕੇ ਮਤਲਬ ਕੀ ਕੋਈ ਮਹਿਸੂਸ ਕਰ ਸਕਦਾ, ਤੇ ਉਹ ਮਤਲਬ ਜਦੋਂ ਸਾਡੇ ਵਰਗੇ ਪਰਿਵਾਰ ਇੰਨੀ ਬੁਰੀ ਤਰ੍ਹਾਂ ਉੱਜੜ ਗਏ, ਤਾਂ ਫਿਰ ਸ਼ਾਇਦ ਇਹ ਚੀਜ਼ਾਂ ਵੀ ਬਹੁਤ ਅਸਰ ਕਰਦੀਆਂ ਨੇ ਲੋਕਾਂ 'ਤੇ। ਤੇ ਅਸੀਂ ਤਾਂ ਇਹ ਕਹਿੰਦੇ ਹਾਂ ਲੋਕਾਂ ਦੇ ਕੋਲ ਜਾਵਾਂਗੇ, ਉਹਨਾਂ ਨੂੰ ਕਹਾਂਗੇ ਵੀ ਸਾਰੇ ਆਪਣੇ ਕੌਮੀ ਫਰਜ਼ ਨਿਭਾਓ, ਸਾਰੇ ਜਾਗੋ ਉੱਠੋ, ਆਪਾਂ ਸਾਰੇ ਇਕਜੁੱਟ ਹੋਈਏ, ਗਿਲੇ ਸ਼ਿਕਵੇ ਭੁਲਾ ਕੇ ਜੋ ਬੰਦੀ ਸਿੱਖਾਂ ਨੇ ਆਪਣੇ ਕੌਮ ਦੇ ਮਾਨ ਸਨਮਾਨ ਲਈ ਕੌਮ ਦੀ ਇੰਨੀ ਵੱਡੀ ਲੜਾਈ ਲੜੀ ਆ, ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਵੀਰ ਜੀ ਨੂੰ ਜਿੰਦਾ ਸ਼ਹੀਦ ਦੇ ਖਿਤਾਬ ਨਾਲ ਨਵਾਜਿਆ ਹੋਇਆ ਆਪਣੇ ਕੌਮੀ ਫਰਜ਼ ਨਿਭਾਉਣ ਦੇ ਕਰਕੇ, ਤੇ ਅੱਜ ਕੌਮ ਦੇ ਵੀ ਫਰਜ਼ ਬਣਦੇ ਆ ਕਿ ਆਪਾਂ ਬੰਦੀ ਸਿੱਖਾਂ ਲਈ ਨਿਭਾਈਏ। ਤੁਹਾਨੂੰ ਕੀ ਲੱਗਦਾ ਆਮ ਆਵਾਮ ਦੇ ਉੱਤੇ ਕੁਝ ਇਸ ਤਰ੍ਹਾਂ ਦਾ ਅਸਰ ਨਹੀਂ ਪੈਂਦਾ, ਜਿਵੇਂ ਇੱਕ ਤੁਸੀਂ ਵੀ ਉਸ ਪਰਿਵਾਰ ਦੇ ਵਿੱਚੋਂ ਜੇ ਪੀੜਤ ਰਹੇ ਆ, ਪੂਰਾ ਦੁਖਾਂਤ ਝੱਲਿਆ, ਆਪਣੇ ਪਿੰਡਿਆਂ ਤੇ ਹੰਡਾਇਆ, ਅੱਖੀ ਦੇਖਿਆ, ਕੌਮ ਦੇ ਵਿੱਚ ਜਾਂ ਲੋਕਾਂ ਦੇ ਵਿੱਚ, ਸੰਗਤ ਦੇ ਵਿੱਚ ਇਸ ਤਰ੍ਹਾਂ ਦਾ ਡਰ ਨਹੀਂ ਪੈ ਜਾਂਦਾ ਕਿ ਜਿਹੜੇ ਪਰਿਵਾਰਾਂ ਨੇ ਇਸ ਤਰ੍ਹਾਂ ਦੀਆਂ ਆਪਣੀਆਂ ਕੁਰਬਾਨੀਆਂ ਦਿੱਤੀਆਂ, ਉਹਨਾਂ ਨੂੰ ਉਸ ਤਰੀਕੇ ਦੇ ਨਾਲ
ਜੋ ਸਨਮਾਨ ਬਣਦਾ ਹੈ, ਉਹਨਾਂ ਦਾ ਸਤਿਕਾਰ ਬਣਦਾ, ਉਹਨਾਂ ਨਾਲ ਖੜਨਾ ਬਣਦਾ, ਖੜਦੇ ਨਹੀਂ ਤਾਂ ਫਿਰ ਉਹ ਡਰ ਕੇ ਪਿੱਛੇ ਨੂੰ ਹੁੰਦੇ ਆ। ਤੁਹਾਨੂੰ ਲੱਗਦਾ ਇਸ ਤਰ੍ਹਾਂ ਦਾ ਲੋਕਾਂ ਦੇ ਉੱਤੇ ਅਸਰ ਵੀ ਗਿਆ? ਨਹੀਂ, ਜਿਹੜੇ ਵੀ ਮੈਂ ਕਹਿੰਦੀ ਆ ਕਿ ਕੌਮ ਦੇ ਲਈ ਕੁਝ ਕਰਦੇ ਆ ਉਹਨਾਂ ਨੂੰ ਸਨਮਾਨ ਕੌਮ ਹਮੇਸ਼ਾ ਦਿੰਦੇ ਆ। ਤੁਸੀਂ ਇਹ ਦੇਖੋ ਕਿ 2012 ਦੇ ਵਿੱਚ ਜਦੋਂ ਵੀਰ ਜੀ ਦੀ ਫਾਂਸੀ ਦੀ ਤਰੀਕ ਤੈਅ ਹੋਈ, ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੇ ਸਾਥ ਦਿੱਤਾ, ਪੂਰਾ ਖਾਲਸਾ ਪੰਥ ਸੜਕਾਂ ਤੇ ਆ ਗਿਆ, ਪੂਰੇ ਖਾਲਸਾ ਪੰਥ ਕੇਸਰੀ ਰੰਗ 'ਚ ਪੂਰੇ ਦੇਸ਼ ਵਿਦੇਸ਼ਾਂ ਤੱਕ ਵੀ ਹੋਇਆ। ਤਾਂ ਮੈਂ ਕਹਿੰਦੀ ਹਾਂ ਕਿ ਜਦ ਵੀ ਅਸੀਂ ਮਤਲਬ ਖਾਲਸਾ ਪੰਥ ਨੂੰ ਆਵਾਜ਼ ਮਾਰਦੇ ਹਾਂ, ਖਾਲਸਾ ਪੰਥ ਹਮੇਸ਼ਾ ਸਾਥ ਦਿੰਦਾ ਜੀ। ਤਾਂ ਇਹਨਾਂ ਚੋਣਾਂ ਦੇ ਵਿੱਚ, ਸੰਗਰੂਰ ਚੋਣਾਂ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਉਸ ਤਰੀਕੇ ਨਾਲ ਗੱਠਜੋੜ ਨਹੀਂ ਹੋਇਆ, ਸਹਿਮਤੀ ਨਹੀਂ ਬਣੀ, ਤਾਂ ਤੁਸੀਂ ਕੈਮਰੇ ਦੇ ਥਰੂ ਇਸ ਮੈਸੇਜ ਦੇ ਜ਼ਰੀਏ ਕੀ ਕਹਿਣਾ ਚਾਹੋਗੇ? ਜੀ ਅਸੀਂ ਤਾਂ ਇਹੀ ਕਹਿੰਦੇ ਹਾਂ ਕਿ ਮਾਨ ਸਾਹਿਬ ਕੌਮ ਦੇ ਸੀਨੀਅਰ ਆਗੂ ਨੇ, ਸਾਡੇ ਬਜ਼ੁਰਗ ਆ, ਅਤੇ ਅਸੀਂ ਤਾਂ ਇਹ ਕਹਿੰਦੇ ਹਾਂ ਕਿ ਸਾਡੀ ਤਾਂ ਬੇਨਤੀ ਆ ਕਿ ਆਪਣੇ ਗਿੱਲੇ ਸ਼ਿਕਵੇ ਭੁਲਾ ਕੇ ਸਾਥ ਦੇਣ ਤੇ ਬੰਦੀ ਸਿੱਖਾਂ ਦੀ ਰਿਹਾਈ ਦੇ ਲਈ ਸਾਡਾ ਸਾਥ ਦੇਣ ਜੀ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ। ਇਹ ਸਨ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੰਗਰੂਰ ਤੋਂ ਚੋਣ ਲੜਨ ਵਾਲੇ ਲੋਕ ਸਭਾ ਦੇ ਉਮੀਦਵਾਰ ਕਮਲਦੀਪ ਕੌਰ ਰਾਜੋਆਣਾ। ਹੁਣ ਦੇਖਣਾ ਹੋਵੇਗਾ ਕਿ ਜੋ ਇਹਨਾਂ ਨੇ ਗੱਲਾਂ ਕੀਤੀਆਂ, ਜੋ ਇਹਨਾਂ ਨੇ ਜ਼ਿਹਨੀਅਤ ਦੇ ਵਿੱਚੋਂ, ਜੋ ਇਹਨਾਂ ਦੇ ਅਤੀਤ ਵਿੱਚ ਬੀਤਿਆ, ਉਸ ਨੂੰ ਲੈ ਕੇ ਹੁਣ ਜਦੋਂ ਲੋਕਾਂ ਦੇ ਵਿੱਚ ਜਾਣਗੇ, ਚੋਣ ਪ੍ਰਚਾਰ ਕਰਨਗੇ, ਤਾਂ ਲੋਕ ਇਹਨਾਂ ਦਾ ਸਾਥ ਕਿੰਨਾ ਕੁ ਦਿੰਦੇ ਨੇ, ਇਹ ਆਉਣ ਵਾਲਾ ਸਮਾਂ ਦੱਸੇਗਾ। ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂਕਾ, ABC ਪੰਜਾਬ, ਸੰਗਰੂਰ।